प्रधानमंत्री ਜਿਹੜੇ ਨਰਿੰਦਰ ਮੋਦੀ ਨੇ ਉਹ ਪਹੁੰਚੇ ਮੱਧ ਪ੍ਰਦੇਸ਼ ਦੇ ਵਿੱਚ ਉੱਥੇ ਆ ਕੇ ਉਹਨੇ ਕਿਸਾਨਾਂ ਨੂੰ ਸੰਬੋਧਨ ਕੀਤਾ। ਦਿੱਲੀ ਨੇੜੇ ਆ ਜਾਂ ਮੱਧ ਪ੍ਰਦੇਸ਼ ਨੇੜੇ? ਯਾਰ ਨੇੜੇ ਬਾੜੇ ਨਹੀਂ ਹੈ ਇੱਥੇ ਵੀ ਉਹਨਾਂ ਨੂੰ ਕੋਈ ਦਿੱਕਤ ਨਹੀਂ। ਉਹ 20 ਵਾਰੀ ਕਹਿ ਚੁੱਕੇ। ਪਹੁੰਚੇ ਕਿਉਂ ਨਹੀਂ ਹੈਗੇ ਉਹਨਾਂ ਦੇ ਵਿੱਚ ਜਾ ਕੇ ਗੱਲ ਕਿਉਂ ਨਹੀਂ ਕੀਤੀ? ਅਰੇ ਵਾਤਾਵਰਨ ਵੀ ਹੁੰਦਾ ਨਾ ਕੋਈ ਚੀਜ਼। ਪਹਿਲਾਂ ਕਹਿੰਦੇ ਜੀ ਅਮਿਤ ਸ਼ਾਹ ਜੀ ਗੱਲ ਕਰ, ਅਮਿਤ ਸ਼ਾਹ ਜੀ ਨੇ ਵੀ ਗੱਲ ਕਰ ਲਈ। ਹੁਣ ਕਹਿੰਦੇ ਨੇ ਪ੍ਰਧਾਨ ਮੰਤਰੀ ਗੱਲ ਕਰੋ, ਉਹਨਾਂ ਨੂੰ ਬੁਲਾ ਕੇ ਵੀ ਗੱਲ ਕਰ ਲਈ। ਉਹਦੇ 'ਚ ਕੀ ਗੱਲ? ਸੰਬੋਧਨ ਕਰਨ ਤਾਂ ਉੱਥੇ ਜਾ ਰਹੇ ਨੇ ਨਾ, ਜਾ ਕੇ ਬੈਠੇ ਉੱਥੇ ਰੈਲੀ ਕਰਕੇ ਉੱਥੇ ਸੰਬੋਧਨ ਕਰਨਗੇ। ਇਹ ਇੱਥੇ ਜਾ ਕੇ ਸੰਬੋਧਨ ਕਿਉਂ ਨਹੀਂ ਕਰ ਸਕਦੇ? ਦਿੱਲੀ ਜਾ ਕੇ ਕਿਉਂ ਨਹੀਂ ਗੱਲਬਾਤ ਕਰ ਸਕਦੇ? ਉਹਨਾਂ ਦੇ ਕਿਸਾਨਾਂ ਦੇ ਵਿੱਚ ਕੋਈ ਵੀ ਇੱਥੇ ਕੋਈ ਭਾਰਤ ਦੀ ਵਾਸੀ ਨੇ ਉਹ ਵੀ। ਮੈਂ ਤੁਹਾਡੀ ਗੱਲ ਸਮਝ ਗਿਆ। ਇੱਥੇ ਵਾਲੇ ਵੀ ਬੁਲਾਉਣਗੇ, ਉਹਨਾਂ ਨਾਲ ਵੀ ਗੱਲਬਾਤ ਕਰਾਂਗੇ, ਮੇਰਾ ਪੂਰਾ ਵਿਸ਼ਵਾਸ ਹੈ। ਜੇ ਅਗਰ ਇਸੇ ਤਰੀਕੇ ਨਾਲ ਐਜੀਟੇਸ਼ਨ ਜਾਰੀ ਰਿਹਾ, ਜੇ ਕਿਸਾਨਾਂ ਦੀ ਮੰਗ ਇਹੀ ਰਹੀ ਕਿ ਸਾਨੂੰ ਅਮੈਂਡਮੈਂਟ ਚਾਹੀਦੀ ਨਹੀਂ ਹੈਗੀ, ਸਾਨੂੰ ਰੱਦ ਚਾਹੀਦੀ, ਰਿਪੀਲ ਚਾਹੀਦੀ ਹੈ, ਤਾਂ ਤੁਸੀਂ ਇਸ 'ਤੇ ਦੱਸੋ ਕਿ ਬੀਜੇਪੀ ਸਰਕਾਰ ਸਟੈਂਡ ਲਊਗੀ? ਉਹ ਤਾਂ ਕਹਿੰਦੇ ਆਲੋ 7 ਡਿਮਾਂਡਾਂ ਤੁਹਾਡੀਆਂ ਬਣ ਲਈਆਂ। ਉਹ ਤਾਂ ਬਾਅਦ ਵਿੱਚ ਹੋਈਆਂ, ਜਦੋਂ ਬਾਅਦ 'ਚ ਕਾਨਫਰੰਸ ਜਦੋਂ ਹੋਈਆਂ ਨੇ ਉਸ ਤੋਂ ਬਾਅਦ ਹੋਈਆਂ ਨੇ, ਮੀਟਿੰਗਸ ਤੋਂ ਬਾਅਦ ਹੋਈ ਅਮੈਂਡਮੈਂਟ ਦੀ ਗੱਲ। ਪਹਿਲਾਂ ਤਾਂ ਅਮੈਂਡਮੈਂਟ ਦੀ ਗੱਲ ਵੀ ਨਹੀਂ ਹੋਈ ਸੀ। ਠੀਕ ਹੈ, ਹੋ ਗਈ ਨਾ। ਹੁਣ ਅੱਜ ਦੀ ਉਹੀ ਤਾਂ ਕਹਿੰਦੇ ਬਾਅਦ ਵਿੱਚ ਕਿਉਂ ਹੋਈ, ਪਹਿਲਾਂ ਕਿਉਂ ਨਹੀਂ ਗੱਲ ਕੀਤੀ? ਕਿ ਜਦੋਂ ਪਹਿਲਾਂ ਹੀ 2 ਮਹੀਨੇ ਤਾਂ ਪੰਜਾਬ ਦੇ ਵਿੱਚ ਹੀ ਗੱਲ ਕਰਦੇ ਹੋਗੇ ਸੀਗੇ, ਇਹਨਾਂ ਨੂੰ ਵੀ ਪੰਜਾਬ ਦੇ ਵਿੱਚ ਹੀ ਐਜੀਟੇਸ਼ਨ ਇੰਨਾ ਚੱਲ ਰਿਹਾ ਸੀਗਾ, ਹਰਿਆਣੇ ਦੇ ਵਿੱਚ ਵੀ ਚੱਲਿਆ, ਤਾਂ ਪਹਿਲਾਂ ਕਿਉਂ ਨਹੀਂ ਕੀਤੀ? ਬੀਜੇਪੀ ਸਰਕਾਰ ਕੌਨਫੀਡੈਂਸ ਲੈ ਹੀ ਨਹੀਂ ਸਕੀ। ਸਾਰੇ ਇਹੀ ਗੱਲ ਕਹਿੰਦੇ ਪਏ, ਜੇ ਆਗੂ ਜਾਂਦੇ ਨੇ ਦਿੱਲੀ ਤਾਂ ਉਹ ਵੀ ਕਹਿੰਦੇ ਨੇ ਸਾਨੂੰ ਯੈਸ ਔਰ ਨੋ ਦੇ ਵਿੱਚ ਜਵਾਬ ਦਿਵੋ ਕਿ ਅਮੈਂਡਮੈਂਟ ਦੀ ਸਾਨੂੰ ਲੋੜ ਨਹੀਂ ਹੈਗੀ, ਵਾਪਸ ਹੋਣਗੇ ਕਿ ਨਹੀਂ। ਮੰਡੀਆਂ ਜਾਣੀਆਂ ਹੀ ਨਹੀਂ, ਤੁਸੀਂ ਮੰਡੀ 'ਚ ਵੇਚੋ, ਤੁਹਾਨੂੰ ਕੀ ਲੋੜ ਆ ਪ੍ਰਾਈਵੇਟ ਪਲੇਅਰ ਨੂੰ ਵਿੱਚ? ਅਸੀਂ ਤਾਂ ਇਹ ਤਾਂ ਗੱਲ ਕਹਿੰਦੇ ਵੀ ਸਾਨੂੰ ਪ੍ਰਾਈਵੇਟ ਦੀ ਲੋੜ ਹੀ, ਕਿ ਜੇ ਸਰਕਾਰੀ ਮੰਡੀਆਂ ਹੈਗੀਆਂ ਪ੍ਰਾਈਵੇਟ ਦੀ ਕੀ ਲੋੜ? ਬਈ ਕੌਣ ਕਹਿੰਦੇ? ਕਿਸਾਨ ਹੀ ਕਹਿੰਦੇ, ਆਗੂ ਆਹ ਕਿਸਾਨ ਜਿਹੜੇ ਕਹਿੰਦੇ ਉਹਨਾਂ ਨੂੰ ਕਦ ਕੇ ਪ੍ਰਾਈਵੇਟ ਮੰਡੀਆਂ 'ਚ ਜਾਓ। ਜਿਹੜੇ ਕਹਿੰਦੇ ਆ ਵੀ ਅਸੀਂ ਪ੍ਰਾਈਵੇਟ ਮੰਡੀਆਂ 'ਚ ਵੇਚਣਾ, ਉਹਨਾਂ ਨੂੰ ਥੋੜ੍ਹੀ ਰੋਕ ਸਕਦੇ ਹੋ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਲੁਧਿਆਣਾ ਟਾਈਮਸ ਤੇ ਮੈਂ ਹਾਂ ਗੁਰਦੀਪ ਸਿੰਘ ਲੰਮੇ। ਅੱਜ ਭਾਜਪਾ ਪਾਰਟੀ ਦੇ ਵੱਲੋਂ ਲੁਧਿਆਣਾ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਔਰ ਰਜਿੰਦਰ ਭੰਡਾਰੀ ਜੀ ਨਾਲ ਅਸੀਂ ਗੱਲਬਾਤ ਕਰਾਂਗੇ ਕਿ ਜਿਹੜੇ ਕਾਨੂੰਨ ਨੇ ਜੋ ਲਿਆਂਦੇ ਗਏ ਨੇ ਬੀਜੇਪੀ ਸਰਕਾਰ ਦੇ ਵੱਲੋਂ, ਖੇਤੀ ਕਾਨੂੰਨ, ਉਹਨਾਂ ਦੇ ਬਾਰੇ ਉਹਨਾਂ ਦੇ ਕੀ ਵਿਚਾਰ ਨੇ, ਕਿਉਂਕਿ ਜਿਹੜੇ ਕਿਸਾਨ ਨੇ ਦਿੱਲੀ ਦੇ ਵਿੱਚ ਲਗਾਤਾਰ ਧਰਨਾ ਦੇ ਰਹੇ ਨੇ, 22 ਦਿਨ ਹੋ ਚੁੱਕੇ ਨੇ, ਲੇਕਿਨ ਕਿਸੇ ਵੀ ਤਰੀਕੇ ਦੇ ਨਾਲ ਕੋਈ ਕਾਰਵਾਈ ਜਿਹੜੀ ਨਹੀਂ ਕੀਤੀ ਗਈ। ਰਜਿੰਦਰ ਭੰਡਾਰੀ ਜੀ ਸਾਡੇ ਨਾਲ ਮੌਜੂਦ, ਨਾਲ ਗੱਲਬਾਤ ਕਰਦੇ ਹਾਂ। ਸਰ ਅੱਜ ਜਿਹੜੀ ਕਾਨਫਰੰਸ ਕੀਤੀ ਗਈ, ਪ੍ਰੈਸ ਕਾਨਫਰੰਸ ਕੀਤੀ ਗਈ ਆ, ਕਿ ਇਹਦੇ ਵਿੱਚ ਵੀ ਅੱਜ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ, ਕੀ ਕੀਤਾ ਗਿਆ ਅੱਜ? ਦੇਖੋ ਐਸਾ ਨਹੀਂ ਹੁੰਦਾ। ਡੈਮੋਕ੍ਰੇਸੀ ਦੇ ਵਿੱਚ ਜਿਹੜਾ ਹੈ ਨਾ, ਉਹ ਆਮ ਲੋਕਾਂ ਵਾਸਤੇ ਵੀ ਜੋ ਪਾਰਟੀ ਦਾ ਸਟੈਂਡ ਹੈ ਔਰ ਜੋ ਹਾਲਾਤ ਹੈ ਉਹ ਲੋਕਾਂ ਨਾਲ ਸਾਂਝੇ ਕਰਨੇ ਜ਼ਰੂਰੀ ਹੁੰਦੇ ਆ। ਇੱਕ ਕਿਸਮ ਦਾ ਕਹਿ ਲਓ ਕਿ ਆਮ ਜੋ ਲੋਕਾਂ ਨੂੰ ਅਸੀਂ ਕੌਨਫੀਡੈਂਸ ਲੈ ਰਹੇ ਹਾਂ, ਅਤੇ ਸਾਨੂੰ ਫਿਰ ਉੱਥੋਂ ਫੀਡਬੈਕ ਵੀ ਆਉਂਦਾ ਹੁੰਦਾ। ਫਿਰ ਜੇ ਕੋਈ ਲੋੜ ਹੋਵੇ ਰੱਦੋ ਬਦਲ ਕਰਨ ਦੀ ਕੋਈ ਚੀਜ਼, ਉਹ ਵੀ ਸਾਨੂੰ ਫਿਰ ਇਸ਼ਾਰੇ ਹੁੰਦੇ ਆ। ਨਹੀਂ ਤਾਂ ਅਸੀਂ ਲੋਕਾਂ ਨੂੰ ਕਮ ਸੇ ਕਮ ਇਨਫੋਰਮੇਸ਼ਨ ਕਰਦੇ ਹਾਂ, ਉਹਨਾਂ ਨੂੰ ਇਨਵੋਲਵ ਕਰਦੇ ਹਾਂ, ਉਹਨਾਂ ਨੂੰ ਕੌਨਫੀਡੈਂਸ ਲੈਂਦੇ ਹਾਂ ਕਿ ਆਹ ਅਸੀਂ ਕਰ ਰਹੇ ਹਾਂ, ਆਹ ਸਾਡਾ ਮਕਸਦ ਹੈ। ਲੇਕਿਨ ਸਰ ਬੀਜੇਪੀ ਸਰਕਾਰ ਕੌਨਫੀਡੈਂਸ ਲੈ ਹੀ ਨਹੀਂ ਸਕੀ। ਸਾਰੇ ਇਹੀ ਗੱਲ ਕਹਿੰਦੇ ਪਏ, ਜੇ ਆਗੂ ਜਾਂਦੇ ਨੇ ਦਿੱਲੀ ਤਾਂ ਉਹ ਵੀ ਕਹਿੰਦੇ ਨੇ ਸਾਨੂੰ ਯੈਸ ਔਰ ਨੋ ਦੇ ਵਿੱਚ ਜਵਾਬ ਦਿਵੋ ਕਿ ਅਮੈਂਡਮੈਂਟ ਦੀ ਸਾਨੂੰ ਲੋੜ ਨਹੀਂ ਹੈਗੀ, ਵਾਪਸ ਹੋਣਗੇ ਕਿ ਨਹੀਂ। ਦੇਖੋ ਪਹਿਲਾਂ ਤਾਂ ਜੋ ਲਾਅ ਬਣਾਏ ਆ ਉਹ ਆਪਸ਼ਨਲ ਹੈ। ਮੰਡੀਆਂ ਜਾਣੀਆਂ ਹੀ ਨਹੀਂ, ਤੁਸੀਂ ਮੰਡੀ 'ਚ ਵੇਚੋ, ਤੁਹਾਨੂੰ ਕੀ ਲੋੜ ਆ ਪ੍ਰਾਈਵੇਟ ਪਲੇਅਰ ਨੂੰ ਵਿੱਚ? ਅਸੀਂ ਤਾਂ ਉਹੀ ਤਾਂ ਗੱਲ ਕਹਿੰਦੇ ਵੀ ਸਾਨੂੰ ਪ੍ਰਾਈਵੇਟ ਦੀ ਲੋੜ ਹੀ, ਕਿ ਜੇ ਸਰਕਾਰੀ ਮੰਡੀਆਂ ਹੈਗੀਆਂ ਪ੍ਰਾਈਵੇਟ ਦੀ ਕੀ ਲੋੜ ਪਈ? ਬਈ ਕੌਣ ਕਹਿੰਦੇ? ਕਿਸਾਨ ਹੀ ਕਹਿੰਦੇ, ਆਗੂ ਆਹ ਕਿਸਾਨ ਜਿਹੜੇ ਕਹਿੰਦੇ ਉਹਨਾਂ ਨੂੰ ਕਦ ਕੇ ਪ੍ਰਾਈਵੇਟ ਮੰਡੀਆਂ 'ਚ ਜਾਓ। ਜਿਹੜੇ ਕਹਿੰਦੇ ਆ ਵੀ ਅਸੀਂ ਪ੍ਰਾਈਵੇਟ ਮੰਡੀਆਂ 'ਚ ਵੇਚਣਾ, ਉਹਨਾਂ ਨੂੰ ਥੋੜ੍ਹੀ ਰੋਕ ਸਕਦੇ ਹੋ। ਨਹੀਂ, ਉਹੀ ਤਾਂ ਗੱਲ ਕਹਿੰਦੇ ਪਏ ਨੇ ਵੀ ਲੋੜ ਕੀ ਹੈ, ਬਣਾਉਣ ਦੀ ਲੋੜ ਕੀ ਪੈ ਗਈ ਸੀ, ਲੋੜ ਪਈ ਕੀ ਸੀ? ਇਹ ਕੁਐਸਚਨ ਹੈ ਤੁਹਾਡਾ। ਕਿਸਾਨ ਦੇਖੋ ਇੱਦਾਂ, ਕਿਸਾਨ ਦੀ ਇਨਕਮ ਵਧਾਉਣੀ ਹੈ। 2022 ਤੱਕ ਅਸੀਂ ਤੈਯਾ ਕੀਤਾ ਹੈ ਕਿ ਅਸੀਂ ਕਿਸਾਨਾਂ ਦੀ ਇਨਕਮ ਡਬਲ ਕਰਨੀ ਹੈ। ਜੇ ਡਿਮਾਂਡ ਨਹੀਂ ਕ੍ਰੀਏਟ ਕਰੋਗੇ ਫਿਰ ਕਿੱਦਾਂ ਹੋਏਗੀ ਡਬਲ ਇਨਕਮ ਜੀ? ਪ੍ਰਾਈਵੇਟ ਅਸੀਂ ਡਿਮਾਂਡ ਕ੍ਰੀਏਟ ਕਰ ਰਹੇ ਹਾਂ ਔਰ ਇੱਥੇ ਨਹੀਂ 10% ਹੈ ਜਿਹੜੀ ਫੂਡ ਪ੍ਰੋਸੈਸਿੰਗ ਹੁੰਦੀ ਹੈ ਇੰਡੀਆ 'ਚ, ਔਰ ਸਾਰੇ ਯੂਰਪ 'ਚ 90% ਹੁੰਦੀ ਹੈ ਵੈਲਿਊ ਐਡੀਸ਼ਨ। ਅਸੀਂ ਤਾਂ ਬਹੁਤ ਪਿੱਛੇ ਹਾਂ। ਉਹ ਜਿਹੜੇ ਅਸੀਂ ਪਿੱਛੇ ਹਾਂ ਉਹਦੇ ਕਾਰਨ ਤਾਂ ਕਿਸਾਨ ਸਫਰ ਕਰ ਰਿਹਾ। ਅਸੀਂ ਕਿਸਾਨ ਦੀ ਪ੍ਰੋਡਿਊਸ ਦੇ ਹਵਾਲੇ 'ਤੇ ਉਹਨਾਂ ਦੀ ਇਨਕਮ ਵਧਾਉਣੀ ਹੈ, ਇਸ ਕਾਰਨ ਪ੍ਰਾਈਵੇਟ ਪਲੇਅਰ ਲਿਆ ਰਹੇ ਹਾਂ ਆਪਸ਼ਨਲ। ਤੁਸੀਂ ਮੰਡੀਆਂ ਨਹੀਂ, ਮੰਡੀਆਂ ਵੀ ਵੇਚੋ, ਕੋਈ ਲੋੜ ਨਹੀਂ, ਪ੍ਰਾਈਵੇਟ ਜਾਣ ਦੀ ਲੋੜ ਨਹੀਂ। ਜਿਹੜਾ ਜਾਣਾ ਚਾਹੁੰਦਾ ਉਹਨੂੰ ਮੌਕਾ, ਉਹਨੂੰ MSP ਤੋਂ ਜ਼ਿਆਦਾ ਮਿਲੂਗਾ ਤਾਂ ਹੀ ਦੇਊਗਾ, ਅਤੇ MSP ਤੋਂ ਜ਼ਿਆਦਾ ਮਿਲਣਾ ਕੋਈ ਮਾੜੀ ਗੱਲ ਹੈ? ਤੇ ਪ੍ਰਧਾਨ ਮੰਤਰੀ ਜਿਹੜੇ ਨਰਿੰਦਰ ਮੋਦੀ ਨੇ ਉਹ ਪਹੁੰਚੇ ਮੱਧ ਪ੍ਰਦੇਸ਼ ਦੇ ਵਿੱਚ, ਉੱਥੇ ਆ ਕੇ ਉਹਨੇ ਕਿਸਾਨਾਂ ਨੂੰ ਸੰਬੋਧਨ ਕੀਤਾ। ਦਿੱਲੀ ਨੇੜੇ ਆ ਜਾਂ ਮੱਧ ਪ੍ਰਦੇਸ਼ ਨੇੜੇ? ਯਾਰ ਨੇੜੇ ਬਾੜੇ ਨਹੀਂ ਹੈ ਇੱਥੇ ਵੀ ਉਹਨਾਂ ਨੂੰ ਕੋਈ ਦਿੱਕਤ ਨਹੀਂ। ਉਹ 20 ਵਾਰੀ ਕਹਿ ਚੁੱਕੇ। ਪਹੁੰਚੇ ਕਿਉਂ ਨਹੀਂ ਹੈਗੇ ਉਹਨਾਂ ਦੇ ਵਿੱਚ ਜਾ ਕੇ ਗੱਲ ਕਿਉਂ ਨਹੀਂ ਕੀਤੀ? ਅਰੇ ਵਾਤਾਵਰਨ ਵੀ ਹੁੰਦਾ ਨਾ ਕੋਈ ਚੀਜ਼। ਪਹਿਲਾਂ ਕਹਿੰਦੇ ਜੀ ਅਮਿਤ ਸ਼ਾਹ ਜੀ ਗੱਲ ਕਰ, ਅਮਿਤ ਸ਼ਾਹ ਜੀ ਨੇ ਵੀ ਗੱਲ ਕਰ ਲਈ। ਹੁਣ ਕਹਿੰਦੇ ਨੇ ਪ੍ਰਧਾਨ ਮੰਤਰੀ ਗੱਲ ਕਰੋ, ਉਹਨਾਂ ਨੂੰ ਬੁਲਾ ਕੇ ਵੀ ਗੱਲ ਕਰ ਲੈਣੀ।
ਉਹਦੇ 'ਚ ਕੀ ਗੱਲ। ਨਹੀਂ, ਸੰਬੋਧਨ ਕਰਨ ਤਾਂ ਉੱਥੇ ਜਾ ਰਹੇ ਨੇ ਨਾ, ਜਾ ਕੇ ਬੈਠੇ ਉੱਤੇ ਰੈਲੀ ਕਰਕੇ ਉੱਥੇ ਸੰਬੋਧਨ ਕਰਨਗੇ। ਇਹ ਇੱਥੇ ਜਾ ਕੇ ਸੰਬੋਧਨ ਕਿਉਂ ਨਹੀਂ ਕਰ ਸਕਦੇ? ਦਿੱਲੀ ਜਾ ਕੇ ਕਿਉਂ ਨਹੀਂ ਗੱਲਬਾਤ ਕਰ ਸਕਦੇ ਉਹਨਾਂ ਦੇ ਕਿਸਾਨਾਂ ਦੇ ਵਿੱਚ? ਕੋਈ ਵੀ ਇੱਥੇ ਦੇ ਭਾਰਤ ਦੇ ਵਾਸੀ ਨੇ ਉਹ ਵੀ। ਮੈਂ ਤੁਹਾਡੀ ਗੱਲ ਸਮਝ ਗਿਆ, ਇੱਥੇ ਵਾਲੇ ਵੀ ਬੁਲਾਉਣਗੇ, ਉਹਨਾਂ ਨਾਲ ਵੀ ਗੱਲਬਾਤ ਕਰਾਂਗੇ, ਮੇਰਾ ਪੂਰਾ ਵਿਸ਼ਵਾਸ ਹੈ। ਹੁਣ ਜੇ ਅਗਰ ਇਸੇ ਤਰੀਕੇ ਨਾਲ ਐਜੀਟੇਸ਼ਨ ਜਾਰੀ ਰਿਹਾ, ਜੇ ਕਿਸਾਨਾਂ ਦੀ ਮੰਗ ਇਹੀ ਰਹੀ ਕਿ ਸਾਨੂੰ ਅਮੈਂਡਮੈਂਟ ਚਾਹੀਦੀ ਨਹੀਂ ਹੈਗੀ, ਸਾਨੂੰ ਰੱਦ ਚਾਹੀਦੀ, ਰਿਪੀਲ ਚਾਹੀਦੀ ਹੈ, ਤਾਂ ਤੁਸੀਂ ਇਸ ਤੇ ਦੱਸੋ ਕਿ ਬੀਜੇਪੀ ਸਰਕਾਰ ਸਟੈਂਡ ਲਊਗੀ? ਜਿਵੇਂ ਹੁਣ ਬੀਜੇਪੀ ਵੀ ਜਿੱਦ ਕਰਦੀ ਪਈ, ਉਧਰ ਕਿਸਾਨ ਵੀ ਜਿੱਦ ਕਰਦੇ ਪਏ ਨੇ, ਤਾਂ ਇਹਦਾ ਹੱਲ ਕੀ ਹੈ? ਦੇਖੋ, ਕਿਸਾਨ ਯੈਸ ਨੂੰ ਕਹਿ ਰਹੀ ਹੈ, ਬੀਜੇਪੀ ਸਰਕਾਰ ਥੋੜੀ ਕਹਿ ਰਹੀ ਯੈਸ ਨੂੰ। ਉਹ ਤਾਂ ਕਹਿੰਦੇ ਆਲੋ 7 ਡਿਮਾਂਡਾਂ ਤੁਹਾਡੀਆਂ ਮੰਨ ਲਈਆਂ। ਉਹ ਤਾਂ ਬਾਅਦ ਵਿੱਚ ਹੋਈਆਂ, ਜਦੋਂ ਬਾਅਦ 'ਚ ਕਾਨਫਰੰਸ ਜਦੋਂ ਹੋਈਆਂ ਨੇ ਉਸ ਤੋਂ ਬਾਅਦ ਹੋਈਆਂ ਨੇ, ਮੀਟਿੰਗਸ ਤੋਂ ਬਾਅਦ ਹੋਈ ਅਮੈਂਡਮੈਂਟ ਦੀ ਗੱਲ। ਪਹਿਲਾਂ ਤਾਂ ਅਮੈਂਡਮੈਂਟ ਦੀ ਗੱਲ ਵੀ ਨਹੀਂ ਹੋਈ ਸੀ। ਠੀਕ ਹੈ, ਹੋ ਗਈ ਨਾ। ਹੁਣ ਅੱਜ ਦੀ ਉਹੀ ਤਾਂ ਕਹਿੰਦੇ ਬਾਅਦ ਵਿੱਚ ਕਿਉਂ ਹੋਈ, ਪਹਿਲਾਂ ਕਿਉਂ ਨਹੀਂ ਗੱਲ ਕੀਤੀ? ਕਿ ਜਦੋਂ ਪਹਿਲਾਂ ਹੀ 2 ਮਹੀਨੇ ਤਾਂ ਪੰਜਾਬ ਦੇ ਵਿੱਚ ਹੀ ਗੱਲ ਕਰਦੇ ਹੋਗੇ ਸੀਗੇ, ਇਹਨਾਂ ਨੂੰ ਵੀ ਪੰਜਾਬ ਦੇ ਵਿੱਚ ਹੀ ਐਜੀਟੇਸ਼ਨ ਇੰਨਾ ਚੱਲ ਰਿਹਾ ਸੀਗਾ, ਹਰਿਆਣੇ ਦੇ ਵਿੱਚ ਵੀ ਚੱਲਿਆ, ਤਾਂ ਪਹਿਲਾਂ ਕਿਉਂ ਨਹੀਂ ਕੀਤੀ? ਬੈਠ ਕੇ ਇਹਨਾਂ ਤੋਂ ਆਪਾਂ ਲਈਆਂ ਸੀ ਸਾਰੀਆਂ ਜਿਹੜੀਆਂ 6 ਮੀਟਿੰਗਸ ਹੋਈਆਂ ਸੀ ਬ੍ਰਦਰ, ਉਹਨਾਂ 'ਚ ਕਿਸਾਨਾਂ ਦੇ ਨਾਲ ਬੈਠ ਕੇ ਜਿਹੜੀਆਂ ਗਵਰਨਮੈਂਟ ਦੀਆਂ ਮੀਟਿੰਗਸ ਹੋਈਆਂ ਸੀ, ਕਿਸਾਨਾਂ ਨੂੰ ਕਿੱਥੇ ਕਿਹੜੀ ਸਮੱਸਿਆ ਆ ਰਹੀ ਹੈ, ਪਹਿਲਾਂ ਉਹਨਾਂ ਤੋਂ ਪੁੱਛਿਆ ਗਿਆ ਸੀ ਉਹਨਾਂ ਮੀਟਿੰਗਸ ਦੇ ਵਿੱਚ। ਫਿਰ ਸਰਕਾਰ ਵੱਲੋਂ ਉਹਨਾਂ ਤੇ ਕਿੱਥੇ ਕੀ ਹੱਲ ਕੀਤਾ ਜਾ ਸਕਦਾ ਸੀ ਇਸ ਕਾਨੂੰਨ ਦੇ ਵਿੱਚ। ਉਸ ਤੋਂ ਬਾਅਦ ਫਿਰ ਉਹ ਇੱਕ ਖਰੜਾ ਤਿਆਰ ਕਰਕੇ ਕਿਸਾਨ ਭਰਾਵਾਂ ਨੂੰ ਭੇਜਿਆ ਸੀ। ਸਰ 3 ਮੀਟਿੰਗਸ ਤੋਂ ਬਾਅਦ ਹੀ ਸ਼ੁਰੂ ਹੋਇਆ ਵਾ, 3 ਮੀਟਿੰਗਸ ਦੱਸੀ ਗਏ ਨੇ ਵੀ ਇਹਦੇ ਫਾਇਦੇ ਕੀ ਨੇ? ਨਹੀਂ, ਬਿਲਕੁਲ ਤੁਸੀਂ ਰੋਂਗ ਹੋ। ਮੈਂ ਉਹਨਾਂ ਮੀਟਿੰਗਾਂ ਦੇ ਵਿੱਚ ਸੀਗਾ। ਜਿੱਦਾਂ ਪਹਿਲਾਂ ਵੀ ਸਾਡਾ ਮੀਡੀਆ ਜਾਂ ਸਾਡੇ ਬਾਕੀ ਭਰਾ ਕਹਿ ਰਹੇ ਸੀ ਜਾਂ ਬਾਕੀ ਪੋਲੀਟੀਕਲ ਪਾਰਟੀਆਂ ਕਹਿ ਰਹੀਆਂ ਸੀ ਕਿ ਇਹਦੇ 'ਚ ਇੱਕ ਸਰਕਾਰ ਸੁਣਦੀ ਹੋਈ ਹੈ, ਸੁਣਦੀ ਨਹੀਂ ਹੈਗੀ, ਸੁਣਾਉਂਦੀ ਹੈ। ਜਿਹੜੀ ਪਹਿਲੀ ਮੀਟਿੰਗਸ ਹੋਈ ਸੀ ਜਿਹਦੇ 'ਚ ਨਰਿੰਦਰ ਤੋਮਰ, ਪੀਯੂਸ਼ ਗੋਇਲ ਜੀ, ਸੋਮ ਪ੍ਰਕਾਸ਼ ਜੀ ਸਾਰੇ ਸੀਗੇ, ਉਹਦੇ 'ਚ 7 ਘੰਟੇ ਜਿਹੜੀ ਮੀਟਿੰਗ ਚੱਲੀ ਸੀ, 1 ਮਿੰਟ ਵੀ ਕਿਸੇ ਮੰਤਰੀ ਨੇ ਆਪਣੀ ਗੱਲ ਨਹੀਂ ਸੀ ਕੀਤੀ। ਉਦੋਂ ਕਿਸਾਨ ਭਰਾਵਾਂ ਨੂੰ ਸੁਣਿਆ ਹੀ ਸੀ। ਜਿਹੜਾ ਤੁਸੀਂ ਕਹਿ ਰਹੇ ਹੋ ਨਾ ਕਿ ਸੁਣਾਇਆ ਸੀ, ਨਹੀਂ ਸੁਣਿਆ। ਇਹੀ ਆਗੂ ਨੇ ਆਪ ਆ ਕੇ ਕਿਹਾ ਸੀ ਨਾ, ਅਸੀਂ ਆਪ ਨਹੀਂ ਕਹਿ ਰਹੇ, ਇਹ ਮੈਂ ਨਹੀਂ ਕਹਿ ਰਿਹਾ, ਇਹ ਕਿਸਾਨ ਆਗੂ ਨੇ ਆ ਕੇ ਕਿਹਾ ਸੀ ਵੀ ਸਾਨੂੰ ਸੁਣਾਇਆ ਗਿਆ, ਸਾਨੂੰ ਦੱਸਿਆ ਗਿਆ। ਨਹੀਂ, ਜਿਹੜੀ ਪਹਿਲੀ ਮੀਟਿੰਗ ਹੋਈ ਸੀ ਜਿਹਦੇ 'ਚ ਪੀਯੂਸ਼ ਜੀ, ਤੋਮਰ ਸਾਹਿਬ ਸੀਗੇ, ਉਹਦੀ ਉਸ ਦਿਨ ਦੀਆਂ ਮੀਟਿੰਗ ਉਹ ਦੇਖੋ ਬਾਈਟਸ। ਉਸ ਦਿਨ ਕਿਸਾਨਾਂ ਨੇ ਕਿਹਾ ਕਿ ਅਸੀਂ ਅੱਜ ਆਪਣੀਆਂ ਸਾਰੀਆਂ ਗੱਲਾਂ ਰੱਖ ਕੇ ਆਏ ਹਾਂ, ਸਰਕਾਰ ਨੂੰ ਸੁਣਾ ਕੇ ਆਏ ਹਾਂ। ਸੋ ਇਸ ਗੱਲ ਕਰਕੇ ਉਹ ਜਿਹੜੀਆਂ ਮੀਟਿੰਗ ਸੀ, ਉਹਨਾਂ ਮੀਟਿੰਗ ਦੇ ਵਿੱਚ ਜੋ ਕਿਸਾਨਾਂ ਵੱਲੋਂ ਦੱਸਿਆ ਗਿਆ ਕਿ ਸਾਨੂੰ MSP ਦੀ ਸ਼ੰਕਾ ਹੈ, ਸਾਨੂੰ ਮੰਡੀਆਂ ਜਿਹੜੀਆਂ ਸਰਕਾਰੀ ਬੰਦ ਹੋ ਜਾਣਗੀਆਂ ਕਿਉਂਕਿ ਪ੍ਰਾਈਵੇਟ ਪਲੇਅਰ ਸਿੱਧਾ ਜੇ ਖੇਤ 'ਚ ਜਾ ਕੇ ਖਰੀਦਦਾ ਉੱਤੇ ਟੈਕਸ ਨਹੀਂ ਹੈਗਾ। ਇਸ ਤਰ੍ਹਾਂ ਦੀਆਂ ਜਿਹੜੀਆਂ ਸਾਨੂੰ ਕੋਰਟ 'ਚ ਜਾਣ ਦੀ ਇਜਾਜ਼ਤ ਨਹੀਂ ਹੈਗੀ, SDM ਤੱਕ ਜਾਂ DC ਤੱਕ ਜਾਂ ਉਸ ਤੋਂ ਬਾਅਦ ਜੁਆਇੰਟ ਸੈਕਟਰੀ ਤੱਕ ਕੇਸ ਸਮਾਪਤ ਹੁੰਦਾ। ਤੇ ਇਸ ਦੇ ਨਾਲ ਹੀ ਜਿਹੜੀਆਂ ਹੋਰ ਪਰਾਲੀ ਦੀ ਜਾਂ ਜਿਹੜੀਆਂ ਉਸ ਤੋਂ ਬਾਅਦ ਸਰਕਾਰ ਨੇ ਉਹ ਸਾਰੀਆਂ ਡਿਮਾਂਡਸ ਨੂੰ ਕਿਸ ਤਰ੍ਹਾਂ ਪੂਰੀਆਂ ਕਰ ਸਕਦੇ ਹਾਂ ਅਸੀਂ ਕਾਨੂੰਨ ਦੇ ਵਿੱਚ, ਉਹ ਦੇਖਿਆ। ਉਸ ਦੇ ਨਾਲ ਸਰਕਾਰ ਨੇ ਇੱਕ ਲਾਈਨ ਲਾਸਟ ਦੇ ਵਿੱਚ ਹੋਰ ਲਿਖੀ ਹੋਈ ਹੈ ਉਸ ਖਰੜ ਦੇ ਵਿੱਚ ਕਿ ਇਸ ਤੋਂ ਬਿਨਾਂ ਵੀ ਜੇ ਤੁਹਾਡੀ ਕੋਈ ਹੋਰ ਵੀ ਸਮੱਸਿਆ ਹੈ, ਉਸ ਨੂੰ ਆਪਾਂ ਬੈਠ ਕੇ ਉਹਦਾ ਹੱਲ ਕਰਕੇ ਇਹ ਕਾਨੂੰਨ ਦੇ ਵਿੱਚ ਅਮੈਂਡਮੈਂਟਸ ਕੀਤੀਆਂ ਜਾਣਗੀਆਂ। ਇਸ ਤਰ੍ਹਾਂ ਦਾ ਸਰਕਾਰ ਵੱਲੋਂ, ਕਿਉਂਕਿ ਜਿਸ ਤਰ੍ਹਾਂ ਆਪਾਂ ਕਹਿ ਰਹੇ ਹਾਂ ਸਰਕਾਰ ਅੜੀ ਕਰ ਰਹੀ ਹੈ, ਮੇਰਾ ਖਿਆਲ ਅੱਜ ਦੀ ਡੇਟ 'ਚ ਸਰਕਾਰ ਵੱਲੋਂ ਕੋਈ ਅੜੀ ਨਹੀਂ ਹੈਗੀ। ਕਿਉਂਕਿ ਜੋ ਸਾਡੀਆਂ ਡਿਮਾਂਡਸ, ਮੈਂ ਖੁਦ ਕਿਸਾਨ ਆ, ਜੋ ਸਾਨੂੰ ਕਿਸਾਨਾਂ ਨੂੰ ਉਹਦੇ ਵਿੱਚ ਸ਼ੰਕੇ ਸੀ, ਸਰਕਾਰ ਉਹ ਸਾਰੀਆਂ ਅਮੈਂਡਮੈਂਟਸ ਤਿਆਰ ਕਰਨ ਦੇ ਲਈ ਤਿਆਰ ਹੈ। ਇਹ ਕਹਿ ਦੇਣਾ ਕਿ ਕਾਨੂੰਨ ਵਾਪਸ ਲਓ, ਕਾਨੂੰਨ ਦੇਖੋ GST ਬਣਾਇਆ ਗਿਆ ਸੀ, ਕਾਨੂੰਨ GST ਦੇ ਵਿੱਚ ਹੁਣ ਤੱਕ 100 ਕਿੰਨੀਆਂ ਸੋਧਾਂ ਹੋ ਚੁੱਕੀਆਂ। ਕਾਨੂੰਨ ਦੇ ਵਿੱਚ ਆਪਾਂ ਅਮੈਂਡਮੈਂਟਸ ਕਰ ਸਕਦੇ ਹਾਂ। ਕਾਨੂੰਨ ਦੇ ਵਿੱਚ ਜਿੱਥੇ ਕੋਈ ਸਾਡੇ ਦੇਸ਼ ਦੇ ਨਾਗਰਿਕਾਂ ਨੂੰ ਪ੍ਰੋਬਲਮ ਆਉਂਦੀ ਆ, ਅਸੀਂ ਉਹਨਾਂ ਅਮੈਂਡਮੈਂਟਾਂ ਦੇ ਨਾਲ ਉਹ ਪ੍ਰੋਬਲਮ ਦੂਰ ਕਰਦੇ ਹਾਂ। ਸੋ ਇੱਥੇ ਵੀ ਸਰਕਾਰ ਵੱਲੋਂ ਕੋਈ ਅੜੀ ਨਹੀਂ। ਸਰਕਾਰ ਖੁੱਲ੍ਹੇ ਦਿਲ ਨਾਲ ਆਪਣੇ ਕਿਸਾਨ ਭਰਾਵਾਂ ਨੂੰ ਕਹਿ ਰਹੀ ਹੈ ਕਿ ਆਓ, ਜੋ ਪ੍ਰੋਬਲਮ ਸੀ ਉਹ ਦੂਰ ਕਰਕੇ ਆਪਾਂ ਅਮੈਂਡਮੈਂਟਸ ਕਰਨ ਲਈ ਤਿਆਰ ਹੈ। ਸੋ ਇਹ ਸਾਨੂੰ ਰਜਿੰਦਰ ਭੰਡਾਰੀ ਜੀ ਇਹਨਾਂ ਨਾਲ ਗੱਲਬਾਤ ਵੀ ਕੀਤੀ ਹੈ ਕਿ ਇਹਨਾਂ ਦਾ ਕਹਿਣਾ ਹੈ ਕਿ ਜਿਸ ਹਿਸਾਬ ਦੇ ਨਾਲ ਸਰਕਾਰ ਦਾ ਆਪਦਾ ਸਟੈਂਡ ਹੈ ਕਿ ਸਰਕਾਰ ਜਿਹੜੀ ਅਮੈਂਡਮੈਂਟ ਕਰ ਸਕਦੀ ਹੈ, ਲੇਕਿਨ ਜਿਹੜੇ ਕਾਨੂੰਨ ਉਹਨਾਂ ਨੂੰ ਰਿਪੀਲ ਨਹੀਂ ਕਰ ਸਕਦੀ। ਔਰ ਜੋ ਕਿਸਾਨ ਨੇ ਜਿਨ੍ਹਾਂ ਦੀਆਂ ਡਿਮਾਂਡਸ ਨੇ ਕਿ ਇਹਨਾਂ ਨੂੰ ਰਿਪੀਲ ਕੀਤਾ ਜਾਵੇ, ਉਹਨਾਂ ਦੀ ਗੱਲਾਂ 'ਤੇ ਗੌਰ ਜ਼ਰੂਰ ਕੀਤਾ ਜਾਊਗਾ, ਲੇਕਿਨ ਅਮੈਂਡਮੈਂਟਸ ਤੋਂ ਇਲਾਵਾ ਕੁਝ ਹੋਰ ਵੀ ਨਹੀਂ ਕੀਤਾ ਜਾਊਗਾ, ਸਿਰਫ ਅਮੈਂਡਮੈਂਟ ਕੀਤੀ ਜਾਊਗੀ। ਸਵੇਰੇ ਅਪਡੇਟਸ ਸੀ ਜੁੜੇ ਰਹੋ ਲੁਧਿਆਣਾ ਟਾਈਮਸ ਨਾਲ। ਕੈਮਰਾਮੈਨ ਤੋਂ ਤੁਹਾਡੇ ਨਾਲ ਗੁਰਦੀਪ ਸਿੰਘ ਲੰਮੇ, ਲੁਧਿਆਣਾ ਟਾਈਮਸ। ਵਧੇਰੇ ਜਾਣਕਾਰੀ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਪਬਲਿਕ ਟਾਈਮਸ ਅਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲੋ।